ਹਾਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਸਾਧ ਸੰਗਤ ਜੀ, ਦੇਸੀ ਜਿਹੜੇ 12 ਮਹੀਨੇ ਹਨ, ਇਹ ਜਿਹੜਾ ਜੇਠ ਦਾ ਮਹੀਨਾ ਹੈ ਇਹ ਤੀਸਰਾ ਮਹੀਨਾ ਹੈ। ਤੇ 12 ਮਹੀਨੇ ਹਨ ਤੇ 6 ਰੁੱਤਾਂ ਹਨ। ਤੇ ਇੱਕ ਰੁੱਤ ਦੇ ਵਿੱਚ 2 ਮਹੀਨੇ ਹੈ। ਪਿੱਛੇ ਜਿਹੜਾ ਵਿਸਾਖ ਦਾ ਮਹੀਨਾ ਤੇ ਚੇਤ ਦਾ ਮਹੀਨਾ ਇਹ ਬਸੰਤ ਰੁੱਤ ਦੇ ਵਿੱਚ ਹੈ। ਜਿੱਥੇ ਅੱਜ ਜੇਠ ਦੇ ਮਹੀਨੇ ਦਾ ਪਹਿਲਾ ਦਿਨ ਹੈ, ਉੱਥੇ ਅੱਜ ਸਾਧ ਸੰਗਤ ਜੀ ਗਰੀਖਮ ਰੁੱਤ ਵੀ ਆਰੰਭ ਹੋਈ ਹੈ। ਗਰੀਖਮ ਰੁੱਤ ਦੇ ਵਿੱਚ 2 ਮਹੀਨੇ ਆਉਂਦੇ ਆ, ਜੇਠ ਤੇ ਹਾੜ ਦਾ ਮਹੀਨਾ। ਅਤੇ ਜਿਹੜੀ ਇਹ ਗਰੀਖਮ ਰੁੱਤ ਹੈ ਨਾ ਸਾਧ ਸੰਗਤ ਜੀ, ਇਹਦੇ ਵਿੱਚ ਬੜੀ ਭਾਰੀ ਗਰਮੀ ਹੁੰਦੀ ਹੈ, ਤਪਸ਼ ਹੁੰਦੀ ਹੈ, ਗਰਮ ਲੂਆਂ ਵਗਦੀਆਂ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਇਹ ਬਚਨ ਉਚਾਰਨ ਕੀਤੇ ਨੇ, ਗਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜੈ ਘਾਮ ਜੀਓ। ਬੜੀ ਹੀ ਗਰਮੀ ਹੁੰਦੀ ਹੈ। ਤੇ ਸਾਧ ਸੰਗਤ ਜੀ, ਜੇ ਠੰਡ ਪ੍ਰਾਪਤ ਕਰਨੀ ਆ ਫਿਰ ਤਾਂ ਨਾਮ ਹੀ ਹੈ, ਕਲ ਤਾਤੀ ਠੰਡਾ ਹਰ ਨਾਉ। ਗੁਰੂ ਦਾ ਨਾਮ ਠੰਡਾ ਹੈ। ਤੇ ਕਿੰਨਾ ਠੰਡਾ ਹੈ? ਮਹਾਰਾਜ ਕਹਿੰਦੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। 3 ਚੀਜ਼ਾਂ ਬਹੁਤ ਠੰਡੀਆਂ ਮੰਨੀਆਂ। ਚੰਦਨ, ਚੰਦਨ ਦਾ ਬੂਟਾ ਉਹ ਵੀ ਠੰਡਾ ਮੰਨਿਆ। ਚੰਦਨ, ਚੰਦ, ਚੰਦਰਮਾ ਨੂੰ ਵੀ ਠੰਡਾ ਮੰਨਿਆ ਹੈ। ਤੇ ਸਰਦ ਰੁੱਤ, ਅੱਸੂ ਕੱਤੇ ਦੇ ਮਹੀਨੇ ਕਿੰਨੇ ਠੰਡੇ ਹੁੰਦੇ ਆ, ਪਰ ਮਹਾਰਾਜ ਕਹਿੰਦੇ ਇਹ ਵੀ ਇੰਨੇ ਠੰਡੇ ਨਹੀਂ ਜਿੰਨਾ ਠੰਡਾ ਨਾਮ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਇਸ ਕਰਕੇ ਜੇ ਅਸੀਂ ਅੰਦਰੋਂ ਬਾਹਰੋਂ ਸ਼ਾਂਤੀ ਹਾਸਲ ਕਰਨੀ ਹੈ, ਠੰਡ ਪ੍ਰਾਪਤ ਕਰਨੀ ਹੈ, ਸੀਤਲਤਾ ਹੀ ਹਾਸਲ ਕਰਨੀ ਹੈ, ਫਿਰ ਤਾਂ ਨਾਮ ਜਪੋ, ਬਾਣੀ ਪੜ੍ਹੋ। ਤੋ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਪਹਿਲੀ ਪੰਕਤੀ ਦੇ ਵਿੱਚ, ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਹਰ ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਜੇਠ ਮਹੀਨੇ ਦੁਆਰਾ ਫਰਮਾਉਂਦੇ ਹੈ ਹਰੀ ਦੇ ਨਾਲ, ਵਾਹਿਗੁਰੂ ਦੇ ਨਾਲ। ਜੁੜੰਦਾ ਦਾ ਅਰਥ ਹੁੰਦਾ ਜੁੜਨਾ, ਲੋੜੀਏ ਦਾ ਅਰਥ ਹੈ ਚਾਹੀਦਾ ਹੈ, ਵਾਹਿਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ। ਤੇ ਜਿਸ ਅੱਗੇ ਸਭ ਨਿਵੰਨ, ਜਿਸ ਵਾਹਿਗੁਰੂ ਦੇ ਅੱਗੇ ਸਾਰੇ ਹੀ ਨਿਉਂਦੇ ਨੇ। ਜਿੰਨੇ ਪੀਰ ਪੈਗੰਬਰ ਸ਼ਕਤੀਆਂ ਵਾਲੇ ਸਾਰੇ ਹੀ ਉਸ ਦੇ ਅੱਗੇ ਨਿਉਂਦੇ ਨੇ। ਅਮੀਰ ਗਰੀਬ ਸਾਰੇ ਹੀ ਉਸ ਦੇ ਅੱਗੇ ਮੱਥਾ ਟੇਕਦੇ ਨੇ। ਉਸ ਵਾਹਿਗੁਰੂ ਜੀ ਦੇ ਨਾਲ ਜੁੜਨਾ ਚਾਹੀਦਾ ਹੈ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਇਹ ਪਦ ਉਚਾਰਨ ਕੀਤਾ ਕਿ ਹਰੀ ਨਾਲ ਜੁੜੋ। ਤੋ ਹਰੀ ਪਦ ਦੇ ਅਰਥਾਂ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਜਿਹੜੇ ਗੁਰਬਾਣੀ ਦੇ ਵਿੱਚ ਹਰੀ, ਰਾਮ, ਗੋਬਿੰਦ, ਮਾਧੂ, ਧਰਨੀਧਰ, ਮੁਰਾਰੀ, ਇਹ ਜਿੰਨੇ ਵੀ ਨਾਮ ਆਏ ਹੈ ਨਾ, ਇਹ ਸਾਰੇ ਵਾਹਿਗੁਰੂ ਜੀ ਦੇ ਵਾਚਕ ਹਨ। ਤੇ ਕਈਆਂ ਨੂੰ ਪਤਾ ਨਹੀਂ ਹੁੰਦਾ, ਉਹ ਫਿਰ ਕਹਿ ਦਿੰਦੇ ਆ, ਕਹਿੰਦੇ ਆ ਜਿਹੜਾ ਹਰੀ ਸ਼ਬਦ ਲਿਖਿਆ ਨਾ, ਇਹ ਤਾਂ ਸ਼ਾਇਦ ਸ੍ਰੀ ਕ੍ਰਿਸ਼ਨ ਜੀ ਦਾ ਵਾਚਕ ਹੈ, ਜਾਂ ਵਿਸ਼ਨੂੰ ਜੀ ਦਾ ਵਾਚਕ ਹੈ, ਜਾਂ ਇਹ ਰਾਮ ਜਿਹੜਾ ਸ਼ਬਦ ਹੈ ਗੁਰਬਾਣੀ ਦੇ ਵਿੱਚ, ਇਹ ਸ੍ਰੀ ਰਾਮਚੰਦਰ ਜੀ ਦਾ ਵਾਚਕ ਹੈ। ਪਰ ਸਾਧ ਸੰਗਤ ਜੀ, ਇਹ ਸਾਰੇ ਜਿਹੜੇ ਨਾਮ ਹਨ, ਇਹ ਵਾਹਿਗੁਰੂ ਜੀ ਦੇ ਸਫਾਤੀ ਨਾਮ ਹੈ। ਵਿਦਵਾਨ ਮਹਾਂਪੁਰਸ਼ ਦੱਸਦੇ ਆ ਕਿ ਨਾਮ ਜਿਹੜਾ ਹੁੰਦਾ ਨਾ, ਇਹ 2 ਤਰ੍ਹਾਂ ਦਾ ਹੁੰਦਾ ਹੈ। ਇੱਕ ਜਾਤੀ ਨਾਮ ਹੁੰਦਾ ਹੈ, ਇੱਕ ਸਫਾਤੀ ਨਾਮ ਹੁੰਦਾ ਹੈ। ਜਾਤੀ ਨਾਮ ਸਾਧ ਸੰਗਤ ਜੀ ਇਸ ਤਰ੍ਹਾਂ ਹੁੰਦਾ ਹੈ, ਜਿਵੇਂ ਕਿਸੇ ਵਿਅਕਤੀ ਦਾ ਨਾਮ ਕਰਤਾਰ ਸਿੰਘ ਹੋਵੇ, ਤੇ ਜੇ ਉਹ ਗੁਰਬਾਣੀ ਦੀ ਸੰਥਿਆ ਕਰ ਲੇ ਤੇ ਉਹਨੂੰ ਕਹਿਣ ਲੱਗ ਜਾਂਦੇ ਆ ਕਰਤਾਰ ਸਿੰਘ ਪਾਠੀ। ਤੇ ਜੇ ਉਹ ਕੀਰਤਨ ਸਿੱਖ ਲੇ ਤਾਂ ਉਹਨੂੰ ਕਹਿਣ ਲੱਗ ਜਾਂਦੇ ਆ ਕਰਤਾਰ ਸਿੰਘ ਰਾਗੀ।
ਤੇ ਜੇ ਉਹ ਢੱਡ ਵਜਾਉਣੀ ਸਿੱਖ ਜੇ ਤਾਂ ਉਹ ਕਹਿਣ ਲੱਗ ਜਾਣਗੇ ਕਰਤਾਰ ਸਿੰਘ ਢਾਡੀ, ਅਤੇ ਜੇ ਉਹੀ ਕਰਤਾਰ ਸਿੰਘ ਕਥਾ ਸਿੱਖ ਲੇ ਤਾਂ ਉਹਨੂੰ ਕਹਿੰਦੇ ਆ ਕਰਤਾਰ ਸਿੰਘ ਕਥਾਵਾਚਕ। ਪਰ ਕਰਤਾਰ ਸਿੰਘ ਜਿਹੜਾ ਹੈ ਉਸ ਦਾ ਜਾਤੀ ਨਾਮ ਹੈ, ਉਹ ਨਹੀਂ ਬਦਲਦਾ, ਉਹਦੇ ਕਰਮ ਨਾਮ ਬਦਲਦੇ ਜਾਂਦੇ ਨੇ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਜਿਹੜੇ ਇਹ ਵਾਹਿਗੁਰੂ ਦੇ ਨਾਮ ਆਏ ਹੈ, ਇਹ ਵਾਹਿਗੁਰੂ ਦੇ ਕਰਮ ਨਾਮ ਹਨ। ਵਾਹਿਗੁਰੂ ਜਾਤੀ ਨਾਮ ਹੈ, ਬਾਕੀ ਜਿਹੜੇ ਨਾਮ ਹਨ ਇਹ ਸਫਾਤੀ ਨਾਮ ਹੈ। ਸਾਰੀ ਸ੍ਰਿਸ਼ਟੀ ਨੂੰ ਹਰਿਆਂ ਭਰਿਆਂ ਕਰਨ ਕਰਕੇ ਹਰੀ ਹੈ, ਰਮੇ ਹੋਏ ਹੋਣ ਕਰਕੇ ਰਾਮ ਹੈ, ਤੇ ਗੋਬਿੰਦ ਇੰਦਰੀਆਂ ਦੀ ਬਿੰਦ ਪਾਲਣਾ ਕਰਨ ਕਰਕੇ ਗੋਬਿੰਦ ਹੈ, ਗੋਪਾਲ ਧਰਤੀ ਦੀ ਪਾਲਣਾ ਕਰਨ ਕਰਕੇ ਗੋਪਾਲ ਹੈ, ਠਾਕੁਰ ਇਸਤਤੀ ਉਤਪਤੀ ਲੈਤਾ ਕਰਨ ਕਰਕੇ ਠਾਕੁਰ ਹੈ, ਪਤਿਤ ਪਾਵਨ ਪਾਪੀਆਂ ਨੂੰ ਪਵਿੱਤਰ ਕਰਨ ਕਰਕੇ ਪਤਿਤ ਪਾਵਨ ਨਾਮ ਹੈ। ਬੇਅੰਤੀ ਨਾਮ ਹੈ ਵਾਹਿਗੁਰੂ ਜੀ ਦੇ। ਮਹਾਰਾਜ ਕਹਿੰਦੇ ਕਿ ਬਲਿਹਾਰੇ ਜਾਓ ਜਿਤੇ ਤੇਰੇ ਨਾਮ ਹੈ। ਅਸੀਂ ਸੱਦ ਕੇ ਜਾਂਦੇ ਹਾਂ ਜਿੰਨੇ ਵਾਹਿਗੁਰੂ ਜੀ ਤੁਹਾਡੇ ਨਾਮ ਹਨ। ਜਾਪ ਸਾਹਿਬ ਬਾਣੀ ਦੇ ਵਿੱਚ ਮਹਾਰਾਜ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅਨੰਤ ਨਾਮ ਉਚਾਰਨ ਕਰਕੇ, ਬੇਅੰਤ ਨਾਮ ਉਚਾਰਨ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ ਨੇ। ਇਸ ਕਰਕੇ ਹਰੀ ਪਦ ਦੇ, ਹਰ ਪਦ ਦੇ ਬਹੁਤ ਅਰਥ ਹੈ। ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਸਵਈਆ ਉਚਾਰਨ ਕੀਤਾ ਜਿਹਦੇ ਵਿੱਚ 16 ਵਾਰੀ ਹਰੀ ਪਦ ਵਰਤਿਆ ਹੈ ਹਰ ਪਦ, ਪਰ ਉਹਦੇ ਅਰਥ ਵੱਖੋ ਵੱਖਰੇ ਨੇ। ਉਹ ਸਵਈਆ ਹੈ ਹਰ ਸੋ ਮੁਖ ਹੈ, ਹਰਤੀ ਦੁਖ ਹੈ, ਅਲਕੈ ਹਰ ਹਾਰ, ਪ੍ਰਭਾ ਹਰਨੀ ਹੈ। ਇਸ ਸਵਈਏ ਦੇ ਵਿੱਚ 16 ਵਾਰੀ ਹਰੀ ਪਦ ਵਰਤਿਆ ਹੈ, ਪਰ ਸਾਰਿਆਂ ਦੇ ਅਰਥ ਵੱਖੋ ਵੱਖਰੇ ਹਨ। ਇੱਕ ਸੰਪਰਦਾਈ ਮਹਾਪੁਰਸ਼ ਹਰ ਪਦ ਦਾ ਅਰਥ ਸਮਝਾਉਣ ਵਾਸਤੇ ਇੱਕ ਦ੍ਰਿਸ਼ਟਕੂਟ ਸੁਣਾਉਂਦੇ ਆ, ਬੁਝਾਰਤ ਸੁਣਾਉਂਦੇ ਆ, ਪਹੇਲੀ ਸੁਣਾਉਂਦੇ ਆ। ਉਸ ਪਹੇਲੀ ਦੇ ਵਿੱਚ 6 ਵਾਰੀ ਹਰੀ ਸ਼ਬਦ ਵਰਤਿਆ ਹੈ, ਪਰ ਉਸ ਦੇ ਅਰਥ ਵੱਖੋ ਵੱਖਰੇ ਨੇ। ਉਹ ਮਹਾਪੁਰਸ਼ ਹਰ ਸ਼ਬਦ ਦਾ ਅਰਥ ਸਮਝਾਉਣ ਵਾਸਤੇ ਇਹ ਪਹੇਲੀ ਬੋਲਦੇ ਆ ਕਿ ਹਰ ਹਰ ਬੋਲਿਓ, ਹਰ ਨੇ ਸੁਣਿਓ, ਹਰ ਉਠ ਆਇਓ ਪਾਸ, ਹਰ ਦੇਖਿਓ, ਹਰ ਮੇ ਰਮਿਓ, ਹਰ ਉਠ ਗਇਓ ਨਿਰਾਸ। ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਸਾਧ ਸੰਗਤ ਜੀ ਹਰ ਬੋਲਿਓ। ਇੱਥੇ ਹਰ ਦਾ ਸ਼ਬਦ ਡੱਡੂ ਹੈ। ਹਰ ਬੋਲਿਓ ਕਹਿੰਦੇ ਨਦੀ ਕਿਨਾਰੇ ਨਾ ਇੱਕ ਡੱਡੂ ਸੀ, ਉਹ ਬੋਲਿਆ। ਹਰ ਬੋਲਿਓ, ਹਰ ਨੇ ਸੁਣਿਓ, ਤੇ ਅੱਗੇ ਕਹਿੰਦੇ ਹਰ ਨੇ ਸੁਣਿਓ। ਅਗਲੇ ਹਰ ਪਦ ਦਾ ਅਰਥ ਹੈ ਦੂਸਰੇ ਦਾ ਸੱਪ। ਕਹਿੰਦੇ ਡੱਡੂ ਨਦੀ ਕਿਨਾਰੇ ਬੋਲਿਆ ਤੇ ਹਰ ਨੇ ਸੁਣਿਓ, ਸੱਪ ਨੇ ਡੱਡੂ ਦੀ ਆਵਾਜ਼ ਨੂੰ ਸੁਣਿਆ। ਫਿਰ ਅੱਗੇ ਕਹਿੰਦੇ ਹਰ ਉਠ ਆਇਓ ਪਾਸ, ਤੇ ਜਿਹੜਾ ਹਰ ਦਾ ਅੱਗੇ ਅਰਥ ਹੈ ਕਹਿੰਦੇ ਸੱਪ ਜਿਹੜਾ ਸੀ ਉਹ ਡੱਡੂ ਦੇ ਕੋਲ ਆ ਗਿਆ। ਫਿਰ ਅੱਗੇ ਹੈ ਹਰ ਦੇਖਿਓ, ਡੱਡੂ ਨੇ ਦੇਖਿਆ ਵੀ ਸੱਪ ਆ ਗਿਆ ਹੈ। ਉੱਥੇ ਹਰ ਪਦ ਦਾ ਅਰਥ ਹੈ ਡੱਡੂ। ਹਰ ਮੇ ਰਮਿਓ, ਅੱਗੇ ਪੰਜਵੇਂ ਹਰ ਪਦ ਦਾ ਅਰਥ ਹੈ ਪਾਣੀ। ਹਰ ਦਾ ਅਰਥ ਹੈ ਪਾਣੀ। ਕਹਿੰਦੇ ਡੱਡੂ ਨੇ ਛਾਲ ਮਾਰ ਦਿੱਤੀ ਪਾਣੀ ਦੇ ਵਿੱਚ। ਹਰ ਉੱਠ ਗਇਓ ਨਿਰਾਸ, ਤੇ ਜਿਹੜਾ ਅਗਲੇ 6ਵੇਂ ਹਰ ਪਦ ਦਾ ਅਰਥ ਹੈ ਕਹਿੰਦੇ ਸੱਪ ਜਿਹੜਾ ਸੀ ਨਾ ਨਿਰਾਸ਼ ਹੋ ਕੇ ਵਾਪਸ ਮੁੜ ਗਿਆ, ਕਿਉਂਕਿ ਡੱਡੂ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ। ਤੋ ਸਾਧ ਸੰਗਤ ਜੀ ਇਸ ਕਰਕੇ ਇਹ ਤਾਂ ਬਚਨ ਆਪ ਜੀ ਨੂੰ ਸੁਣਾਏ ਜਾ ਰਹੇ ਆ ਕਿ ਸਾਨੂੰ ਪਤਾ ਹੋਣਾ ਚਾਹੀਦਾ। ਕਈ ਵਾਰ ਕੋਈ ਕਹਿ ਦਿੰਦਾ ਹੈ ਜਿਹੜਾ ਹਰੀ ਹਰੀ ਰਾਮ ਜਾਂ ਗੋਬਿੰਦ ਜਾਂ ਮਾਧੋ ਇਹ ਸ਼ਾਇਦ ਸ੍ਰੀ ਰਾਮਚੰਦਰ ਜੀ ਦਾ ਵਾਚਕ ਹੈ ਜਾਂ ਸ੍ਰੀ ਕ੍ਰਿਸ਼ਨ ਜੀ ਦਾ ਨਾਮ ਹੈ। ਇਸ ਕਰਕੇ ਜਥਾ ਪ੍ਰਕਰਣੰ ਤਥਾ ਅਰਥੰ, ਜਿਹੋ ਜਿਹਾ ਪ੍ਰਕਰਣ ਹੋਵੇ ਨਾ ਉਹੋ ਜਿਹਾ ਅਰਥ ਕੀਤਾ ਜਾਂਦਾ ਹੈ। ਤੇ ਗੁਰਬਾਣੀ ਦੇ ਵਿੱਚ ਜਿੱਥੇ ਵੀ ਹਰ ਸ਼ਬਦ, ਇਹ ਰਾਮ ਸ਼ਬਦ, ਇਹ ਗੋਬਿੰਦ ਸ਼ਬਦ ਆਉਂਦੇ ਹੈ, ਇਹ ਸਾਰੇ ਵਾਹਿਗੁਰੂ ਜੀ ਦੇ ਵਾਚਕ ਹਨ। ਤੋਂ ਪਹਿਲੀ ਪੰਕਤੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ ਕਿ ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਸਾਧ ਸੰਗਤ ਜੀ ਵਾਹਿਗੁਰੂ ਜੀ ਦੇ ਨਾਲ ਜੁੜਨਾ ਚਾਹੀਦਾ ਹੈ।
ਜਿਸ ਵਾਹਿਗੁਰੂ ਦੇ ਅੱਗੇ ਸਾਰੇ ਹੀ ਨਿਵਦੇ ਐ, ਸਾਰੇ ਹੀ ਮੱਥਾ ਟੇਕਦੇ ਐ। ਹੁਣ ਵਾਹਿਗੁਰੂ ਨਾਲ ਕਿਵੇਂ ਜੁੜੀਏ, ਇਹ ਪ੍ਰਸ਼ਨ ਹੈ। ਅਕਾਲ ਪੁਰਖ ਨਾਲ ਕਿਵੇਂ ਜੁੜੀਏ? ਤੋ ਸਾਧ ਸੰਗਤ ਜੀ, ਜਿਹੜਾ ਮੂਲ ਮੰਤਰ ਨਾਲ ਜੁੜਨਾ ਹੈ, ਜਿਹੜਾ ਵਾਹਿਗੁਰੂ ਨਾਲ ਜੁੜਨਾ ਹੈ, ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਹੈ, ਸਿੱਧਾ ਵਾਹਿਗੁਰੂ ਨਾਲ ਜੁੜਨਾ ਹੈ। ਅਤੇ ਜਿਹੜਾ ਗੁਰੂ ਸਾਹਿਬ ਜੀ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਵਿੱਚ ਆਪਣਾ ਸਰਗੁਣ ਅਵਤਾਰ ਧਾਰਨ ਕੀਤਾ ਹੈ। 10 ਜਾਮੇ ਧਾਰਨ ਕੀਤੇ ਹੈ। 10 ਜਾਮਿਆਂ 'ਚ ਬਹੁਤ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ, ਜਿਨ੍ਹਾਂ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ, ਨਾ ਗਿਣਿਆ ਜਾ ਸਕਦਾ ਹੈ। ਸਭ ਤੋਂ ਵੱਡੀ ਬਖਸ਼ਿਸ਼ ਹੈ ਜਿਹੜਾ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ, ਬਾਣੀ ਦੇ ਲੜ ਲਾਇਆ ਹੈ। ਅਤੇ ਜਿਸ ਬਾਣੀ ਦੀ ਮਹਿਮਾ ਵਿੱਚ ਗੁਰੂ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੂ। ਬਾਣੀ ਦੀ ਮਹਿਮਾ ਵਿੱਚ ਇਹ ਬਚਨ ਉਚਾਰਨ ਕੀਤੇ ਨੇ ਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਬਾਣੀ ਚਿੰਤਾ ਨੂੰ ਮਿਟਾਉਣ ਵਾਲੀ ਹੈ। ਬਾਣੀ ਦੀ ਮਹਿਮਾ ਵਿੱਚ ਬਚਨ ਉਚਾਰਨ ਕੀਤੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਦੀ ਮਹਿਮਾ ਵਿੱਚ ਗੁਰੂ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਬਾਣੀ ਦੀ ਮਹਿਮਾ ਵਿੱਚ ਗੁਰੂ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਨੇ ਕੋਟ ਪੁੰਨ ਸੁਣ ਹਰ ਕੀ ਬਾਣੀ। ਜਿਹੜਾ ਸਾਧ ਸੰਗਤ ਜੀ ਧੁਰ ਕੀ ਬਾਣੀ ਦੇ ਨਾਲ, ਸੱਚ ਕੀ ਬਾਣੀ ਦੇ ਨਾਲ, ਵਾਹ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵ ਡਬਰ ਨਾ ਕੋਏ, ਨਿਰੰਕਾਰ ਜੀ ਦੀ ਬਾਣੀ ਦੇ ਨਾਲ ਜਿਹੜਾ ਜੁੜਨਾ ਹੈ, ਇਹ ਹਰ ਜੇਠ ਜੁੜਨ ਦਾ ਲੋੜੀ ਹੈ। ਇਹ ਸਿੱਧਾ ਹੀ ਵਾਹਿਗੁਰੂ ਜੀ ਦੇ ਨਾਲ ਜੁੜਨਾ ਹੈ। ਤੋ ਸਾਧ ਸੰਗਤ ਜੀ, ਪਹਿਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ। ਜੇ ਬਾਣੀ ਨਾਲ ਜੁੜਾਂਗੇ ਨਾ ਤਾਂ ਸਿੱਧੇ ਵਾਹਿਗੁਰੂ ਨਾਲ ਜੁੜ ਜਾਵਾਂਗੇ। ਫਿਰ ਗੁਰੂ ਕੇ ਇਤਿਹਾਸ ਨਾਲ ਜੁੜਨਾ, ਇਹ ਵੀ ਵਾਹਿਗੁਰੂ ਨਾਲ ਜੁੜਨਾ ਹੈ। ਅਤੇ ਭਾਈ ਸਾਹਿਬ ਬ੍ਰਹਮ ਗਿਆਨੀ ਮਹਾਪੁਰਸ਼ ਭਾਈ ਗੁਰਦਾਸ ਜੀ ਦੀ ਬਾਣੀ ਦੇ ਨਾਲ ਜੁੜਨਾ, ਇਹ ਵੀ ਵਾਹਿਗੁਰੂ ਨਾਲ ਜੁੜਨਾ ਹੈ। ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ ਨਾਲ ਜੁੜਨਾ, ਵਾਹਿਗੁਰੂ ਨਾਲ ਜੁੜਨਾ ਹੈ। ਇਹ ਜਿੰਨੇ ਵੀ ਗੁਰੂ ਸਾਹਿਬ ਜੀ ਦੇ ਬਚਨ ਹਨ, ਮਹਾਪੁਰਸ਼ਾਂ ਦੇ ਬਚਨ ਹਨ, ਇਹ ਤਾਂ ਸਾਰੇ ਮਿਸ਼ਰੀ ਦਾ ਪਹਾੜ ਹਨ। ਜਿੱਧਰੋਂ ਮਰਜ਼ੀ ਖਾਈ ਜੋ ਮਿੱਠਾ ਹੀ ਮਿੱਠਾ ਹੈ। ਸਭ ਵਾਹਿਗੁਰੂ ਨਾਲ ਜੁੜਨਾ ਹੈ। ਤੇ ਸਾਧ ਸੰਗਤ ਜੀ, ਮਹਾਰਾਜ ਫਰਮਾਉਂਦੇ ਆ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ। ਜੇਠ ਮਹੀਨੇ ਦੁਆਰਾ ਫਰਮਾਉਂਦੇ ਆ ਕਿ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ। ਜਿਸ ਵਾਹਿਗੁਰੂ ਦੇ ਅੱਗੇ ਸਾਰੇ ਹੀ ਨਿਵਦੇ ਆ, ਮੱਥਾ ਟੇਕਦੇ ਆ। ਸਾਧ ਸੰਗਤ ਜੀ, ਇੱਕ ਸਾਨੂੰ ਸੁਚੇਤ ਹੋਣ ਦੀ ਵੀ ਲੋੜ ਹੈ, ਸਾਵਧਾਨ ਹੋਣ ਦੀ ਵੀ ਲੋੜ ਹੈ। ਕਿਉਂਕਿ ਇੱਥੇ ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਹਰ ਜੇਠ ਜੁੜਨ ਦਾ ਲੋੜੀ ਹੈ, ਕਿ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ। ਤੇ ਇੱਕ ਇਹੋ ਜਿਹੇ ਵੀ ਵਿਅਕਤੀ ਆ, ਉਹ ਕਹਿੰਦੇ ਵਾਹਿਗੁਰੂ ਹੈ ਹੀ ਨਹੀਂ, ਰੱਬ ਤੇ ਹੈ ਹੀ ਨਹੀਂ। ਉਹਨਾਂ ਨੇ ਕੀ ਵਾਹਿਗੁਰੂ ਨਾਲ ਜੋੜਨਾ, ਜਿਹੜੇ ਕਹਿੰਦੇ ਆ ਵੀ ਰੱਬ ਹੀ ਨਹੀਂ ਹੈਗਾ। ਇਹੋ ਜਿਹੇ ਵੀ ਵਿਅਕਤੀ ਹੈਗੇ ਆ, ਉਹ ਕਹਿੰਦੇ ਆ ਜਗ ਮਿੱਠਾ ਅਗਲਾ ਕਿਨ ਡਿੱਠਾ। ਉਹਨਾਂ ਨੇ ਕੀ ਰੱਬ ਨਾਲ ਜੋੜਨਾ? ਇਹੋ ਜਿਹੇ ਵੀ ਵਿਅਕਤੀ ਹੈਗੇ ਆ ਜਿਹੜੇ ਕਹਿੰਦੇ ਜਿਹੜਾ ਨਾਮ ਜਪ ਰਹੇ ਹੋ ਨਾ, ਵਾਹਿਗੁਰੂ ਵਾਹਿਗੁਰੂ, ਇਹ ਤੋਤਾ ਰਟਣਾ। ਉਹਨਾਂ ਨੇ ਕੀ ਜੋੜਨਾ? ਜਿਹੜੇ ਨਾਮ ਨੂੰ ਹੀ ਤੋਤਾ ਰਟਣ ਕਹਿੰਦੇ ਆ। ਇਹੋ ਜਿਹੇ ਵੀ ਵਿੱਚ ਕਈ ਜਿਹੜੇ ਬੋਲਦੇ ਆ, ਕਹਿੰਦੇ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਨੇ ਨਾ, ਇਹ ਤਾਂ ਇੱਕ ਗਿਆਨ ਦਾ ਜ਼ਰੀਆ ਹੈ। ਸਾਡੇ ਅੰਦਰੋਂ ਨਾ ਸ਼ਰਧਾ ਪ੍ਰੇਮ ਖਤਮ ਕਰਨ ਦੇ ਯਤਨ ਕਰ ਰਹੇ ਹੈ। 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤੇ ਸਾਨੂੰ ਇਹ ਹੁਕਮ ਕੀਤਾ ਹੈ ਕਿ ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇਹ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਣਾ, ਹਾਜ਼ਰ ਨਾਜ਼ਰ ਮੰਨਣਾ ਹੈ। ਤੇ ਜਿਹੜੇ ਸਾਧ ਸੰਗਤ ਜੀ ਕੱਲਾ ਜਰੀਆ ਹੀ ਕਹੀ ਜਾਂਦੇ ਹੈ, ਉਹਨਾਂ ਨੇ ਕੀ ਸਾਨੂੰ ਜੋੜਨਾ ਹੈ? ਜੋੜਨ ਵਾਲੇ ਤਾਂ ਹੈਗੇ ਆ ਮਹਾਪੁਰਸ਼,
ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਸ਼ ਮਸਤੂਆਣੇ ਵਾਲੇ ਮਹਾਪੁਰਸ਼ਾਂ ਦੇ ਜੀਵਨ ਦੀ ਇੱਕ ਘਟਨਾ ਹੈ ਕਿ ਮਹਾਪੁਰਸ਼ ਕਥਾ ਕਰਿਆ ਕਰਦੇ ਸੀ ਤੇ ਕਥਾ ਦੇ ਵਿੱਚ ਮਹਾਪੁਰਸ਼ ਬਾਰ-ਬਾਰ ਇਹ ਬਚਨ ਉਚਾਰਨ ਕਰਦੇ ਸੀ ਕਿ ਪ੍ਰਗਟ ਗੁਰਾਂ ਕੀ ਦੇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਹਾਸਲ ਹੋ ਰਿਹਾ ਹੈ। ਪ੍ਰਗਟ ਗੁਰਾਂ ਕੀ ਦੇਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਫਰਮਾਉਂਦੇ ਹੈ। ਇੱਕ ਪੰਡਤ ਆ ਗਿਆ, ਉਹ ਤਰਕਵਾਦੀ ਸੀ। ਉਹਨੇ ਸਵੇਰੇ ਵੀ ਮਹਾਪੁਰਸ਼ਾਂ ਦੀ ਕਥਾ ਸੁਣੀ, ਸ਼ਾਮ ਨੂੰ ਵੀ ਸੁਣੀ, ਅਗਲੇ ਦਿਨ ਸਵੇਰੇ ਵੀ ਸੁਣੀ ਤੇ ਸ਼ਾਮ ਨੂੰ ਮਹਾਪੁਰਸ਼ਾਂ ਦੇ ਕੋਲ ਆ ਗਿਆ ਤੇ ਕਹਿੰਦਾ ਮੈਂ ਬਹੁਤ ਪੜ੍ਹਿਆ। ਕਹਿੰਦਾ ਮਹਾਰਾਜ ਤੁਸੀਂ ਕਥਾ ਕਰਦੇ ਹੋਏ ਕਹਿ ਰਹੇ ਸੀ ਵੀ ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇਹ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇਹ ਕਿਵੇਂ ਹਨ? ਮਹਾਪੁਰਸ਼ ਮੁਸਕਰਾਏ। ਕਮਾਈ ਵਾਲੇ ਮਹਾਪੁਰਸ਼ ਸੀ, ਕਥਨੀ ਕਰਨੀ ਦੇ ਪੂਰੇ ਸੀ। ਅੱਜ ਕੱਲ੍ਹ ਤਾਂ ਨਾ ਪੂਰੀ ਕਥਨੀ ਹੈ, ਕਰਨੀ ਤਾਂ ਹੈ ਹੀ ਨਹੀਂ। ਉਹ ਕਮਾਈ ਵਾਲੇ ਸੀ। ਤੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਪੰਡਤ ਜੀ ਇਹ ਜੇ ਪ੍ਰਗਟ ਗੁਰਾਂ ਕੀ ਦੇਹ ਦੇ ਦਰਸ਼ਨ ਕਰਨੇ ਆ ਨਾ ਤੁਸੀਂ, ਤਾਂ ਫਿਰ ਤੁਹਾਨੂੰ ਘਾਲਣਾ ਕਮਾਈ ਕਰਨੀ ਪਏਗੀ, ਮਿਹਨਤ ਕਰਨੀ ਪਏਗੀ। ਆ ਕੱਲਾ ਪੜ੍ਹਿਆ ਨਹੀਂ ਪਤਾ ਲੱਗਣਾ, ਮਸੱਕਤ ਕਰਨੀ ਪਏਗੀ। ਤੇ ਮਹਾਪੁਰਸ਼ਾਂ ਨੇ ਕੁਛ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਵੀ ਪੰਡਤ ਜੀ ਦੇਖੋ, ਦੁੱਧ ਵਿੱਚ ਘਿਓ ਹੈ ਤੇ ਘਿਓ ਕਿਤੇ ਸਿੱਧਾ ਹੱਸ ਪ੍ਰਾਪਤ ਹੋ ਜਾਂਦਾ। ਪਹਿਲਾਂ ਦੁੱਧ ਨੂੰ ਜਾਗ ਲਾਓਗੇ, ਫਿਰ ਦਹੀਂ ਜੰਮੇਗਾ, ਫਿਰ ਰਿੜਕੋਗੇ, ਫਿਰ ਮੱਖਣ ਪ੍ਰਾਪਤ ਹੁੰਦਾ, ਫਿਰ ਜਾ ਕੇ ਘਿਓ ਮਿਲਦਾ। ਇਸ ਤਰ੍ਹਾਂ ਪਹਿਲਾਂ ਤੁਸੀਂ ਆਪ ਸ਼ਬਦ ਦਾ ਅਭਿਆਸ ਕਰੋ, ਫਿਰ ਜਾ ਕੇ ਤੁਹਾਨੂੰ ਪਤਾ ਲੱਗੇਗਾ ਵੀ ਗੁਰੂ ਸਾਹਿਬ ਜੀ ਤਾਂ ਹਾਜ਼ਰ ਨਾਜ਼ਰ ਹੈ, ਸਤਿਗੁਰ ਜਾਗਤਾ ਹੈ, ਦੇਵ ਹੈ। ਇਹਦਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ। ਤੇ ਮਹਾਂਪੁਰਸ਼ ਕਹਿੰਦੇ ਦੇਖੋ ਫੁੱਲ ਦੇ ਵਿੱਚ ਸੁਗੰਧੀ ਹੈ ਪੰਡਤ ਜੀ, ਤੇ ਜਦੋਂ ਉਹਦੇ ਅਤਰ ਸੈਂਟ ਬਣਦਾ ਮਿਹਨਤ ਨਾਲ ਹੀ ਬਣਦਾ। ਉਹ ਜਿਹੜਾ ਪੰਡਤ ਸੀ ਬੜਾ ਸ਼ੰਕਾਵਾਦੀ ਸੀ। ਕਹਿੰਦਾ ਜੀ ਮੇਰੀ ਤਾਂ ਚਲੋ ਕੋਈ ਕਮਾਈ ਨਹੀਂ, ਤੁਹਾਡੀ ਤਾਂ ਕਮਾਈ ਬਹੁਤ ਹੈ, ਇਸ ਕਰਕੇ ਤੁਸੀਂ ਮੇਰਾ ਨਿਰਣਾ ਕਰੋ। ਤੇ ਸਾਧ ਸੰਗਤ ਜੀ ਜਿਹੜੇ ਪੂਰੇ ਸਾਧੂ ਹੁੰਦੇ ਆ ਨਾ, ਉਹ ਮਹਾਂਪੁਰਸ਼ ਕਿਸੇ ਐਸੇ ਅਲੌਕਿਕ ਵਜਦ ਦੇ ਵਿੱਚ ਆ ਗਏ ਤੇ ਉਹਦੀ ਪੰਡਤ ਦੀ ਬਾਂਹ ਫੜ ਲਈ। ਤੇ ਰਾਤ ਦਾ ਸਮੇਂ ਸੀ ਤੇ ਮਹਾਰਾਜ ਸਾਹਿਬ ਜੀ ਦੇ ਸੁਖਾਸਨ ਕੀਤੇ ਹੋਏ ਸੀ। ਤੇ ਜਿੱਥੇ ਸੁਖਾਸਨ ਕੀਤੇ ਸੀ ਦਰਵਾਜ਼ਾ ਖੋਲ੍ਹਿਆ ਤੇ ਮਹਾਰਾਜ ਸਾਹਿਬ ਵੱਲ ਹੱਥ ਕਰਕੇ ਸੀਸ ਨਿਵਾ ਕੇ, ਮਹਾਰਾਜ ਸਾਹਿਬ ਵੱਲ ਹੱਥ ਕਰਕੇ ਸ੍ਰੀਮਾਨ ਸੰਤ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਪੰਡਤ ਜੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਸੀਸ ਨਿਵਾਓ, ਇਹ ਹਨ ਪ੍ਰਗਟ ਗੁਰਾਂ ਕੀ ਦੇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਾਜ਼ਰ ਨਾਜ਼ਰ ਸਤਿਗੁਰੂ, ਸਤਿਗੁਰੂ ਜਾਗਤਾ ਹੈ ਦੇਵ। ਇਸ ਕਰਕੇ ਸ਼ਰਧਾ ਨਾਲ ਮੱਥਾ ਟੇਕੋ। ਹੁਣ ਸਾਡੇ ਜਿਹੜੇ ਸਤਿਗੁਰੂ ਜੀ ਹਨ ਇਹ ਸੁਖਮਈ ਆਸਨ ਤੇ ਬਿਰਾਜਮਾਨ ਹੈ। ਤੇ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ, ਤੁਹਾਨੂੰ 10 ਪਾਤਸ਼ਾਹੀਆਂ ਦੇ ਪ੍ਰਗਟ ਪ੍ਰਤੱਖ ਦਰਸ਼ਨ ਕਰਾਉਣੇ ਸੀ। ਤੇ ਹੁਣ ਨਾ ਪੰਡਤ ਜੀ ਮੱਥਾ ਟੇਕ ਕੇ ਤੁਸੀਂ ਮਹਾਰਾਜ ਸਾਹਿਬ ਜੀ ਦੇ ਸਰੂਪ ਤੇ ਆਪਣਾ ਹੱਥ ਰੱਖੋ, ਤੁਹਾਨੂੰ ਪਤਾ ਲੱਗ ਜਾਏਗਾ ਵੀ ਪ੍ਰਗਟ ਗੁਰਾਂ ਕੀ ਦੇਹ ਹੈ ਕਿ ਨਹੀਂ ਹੈ। ਤੇ ਸਾਧ ਸੰਗਤ ਜੀ ਇਹ ਮਹਾਪੁਰਸ਼ਾਂ ਦੇ ਜੀਵਨ ਦੇ ਵਿੱਚ ਲਿਖਿਆ ਹੈ, ਬੜਿਆਂ ਨੇ ਇਹ ਕਥਾ ਲਿਖੀ ਹੈ ਕਿ ਜਦੋਂ ਉਸ ਪੰਡਤ ਨੇ ਮੱਥਾ ਟੇਕਿਆ ਤੇ ਮਹਾਰਾਜ ਦੇ ਸਰੂਪ ਤੇ ਹੱਥ ਰੱਖਿਆ ਤੇ ਮਹਾਰਾਜ ਦੇ ਸਵਾਸ ਚੱਲ ਰਹੀ ਸੀ। ਸਤਿ ਸ੍ਰੀ ਅਕਾਲ। ਜਿਵੇਂ ਬੰਦਾ ਸਾਹ ਲੈਂਦਾ ਨਾ, ਇਸ ਤਰ੍ਹਾਂ ਮਹਾਰਾਜ ਸਵਾਸ ਲੈ ਰਹੀ ਸੀ। ਉਦੋਂ ਫਿਰ ਉਹ ਜਿਹੜਾ ਪੰਡਤ ਸੀ ਨਾ, ਉਹ ਡਿੱਗ ਪਿਆ ਉੱਥੇ ਹੀ, ਬੜਾ ਰੋਇਆ, ਮਹਾਂਪੁਰਸ਼ਾਂ ਦੇ ਚਰਨ ਫੜ ਲਏ। ਕਹਿੰਦਾ ਅੱਜ ਮੈਨੂੰ ਪੂਰੇ ਸਾਧੂਆਂ ਦੀ ਸੰਗਤ ਹੋਈ ਹੈ, ਤਾਂ ਪਤਾ ਲੱਗਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਹਨ, ਹਾਜ਼ਰ ਨਾਜ਼ਰ ਹੈ। ਤੋ ਸਾਧ ਸੰਗਤ ਜੀ ਮਹਾਰਾਜ ਨੇ ਬਚਨ ਉਚਾਰਨ ਕੀਤਾ ਕਿ ਹਰ ਜੇਠ ਜੁੜਨ ਦਾ ਲੋੜੀਐ,
ਜੇਠ ਦੇ ਮਹੀਨੇ ਦੁਆਰਾ ਕਹਿੰਦੇ ਆ ਰੱਬ ਨਾਲ ਜੁੜਨਾ ਚਾਹੀਦਾ ਹੈ। ਸਾਧ ਸੰਗਤ ਜੀ, ਜੁੜਿਆ ਹੋਇਆ ਹੀ ਜੋੜ ਸਕਦਾ ਹੈ। ਜਿਹੜਾ ਆਪ ਹੀ ਨਹੀਂ ਜੁੜਿਆ ਉਹਨੇ ਕੀ ਜੋੜਨਾ ਹੈ? ਜੋੜਨਾ ਬੜਾ ਔਖਾ ਹੈ, ਤੋੜਨਾ ਬਹੁਤ ਸੌਖਾ ਹੈ। ਤੇ ਗੁਰੂ ਸਾਹਿਬ ਜੀ ਫਰਮਾਉਂਦੇ ਐ, ਜੋੜਨਹਾਰਾ ਸੰਤ ਨਾਨਕ ਪਾਦਰ ਪਦਰੋ। ਜਿਹੜਾ ਸੰਤ ਹੈ ਨਾ, ਸੰਤ ਕੌਣ ਹੈ? ਜਿਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸਿਸੀ ਨਾਨਕਾ ਪੂਰਨ ਸੋਈ ਸੰਤ। ਜਿਹੜੇ ਅੱਠੇ ਪਹਿਰ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹਿੰਦੇ ਆ, ਪਰਉਪਕਾਰ ਕਰਦੇ ਰਹਿੰਦੇ ਆ, ਸਾਰਾ ਜੀਵਨ ਜਿਹੜਾ ਹੈ ਉਹ ਪਰਉਪਕਾਰ 'ਚ, ਸੇਵਾ ਸਿਮਰਨ 'ਚ ਲਾਇਆ, ਉਹ ਸੰਤ ਹੀ ਹੈ। ਬ੍ਰਹਮ ਗਿਆਨੀ ਮਹਾਪੁਰਸ਼ ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ ਫਰਮਾਉਂਦੇ ਹੈ ਕਿ ਸੋਹਬਤੇ ਆਰਫ ਮੁਯਸਰ ਗਰ ਸ਼ਬਦ ਈ ਅਜਬਨਾ, ਕਿ ਈ ਤਨ ਤਰਾ ਤਾਲਬੇ ਹਕ ਸ਼ੌਕੇ ਅਕਬਰ ਮੀ ਕੁਨਦ। ਇਸ ਸ਼ੇਅਰ ਵਿੱਚ ਭਾਈ ਨੰਦ ਲਾਲ ਜੀ ਫਰਮਾਉਂਦੇ ਹੈ, ਜੇ ਤੈਨੂੰ ਕਿਸੇ ਸਾਧੂ ਦੀ ਸੰਗਤ ਹੋ ਜਾਵੇ ਤਾਂ ਉਹਨੂੰ ਵੱਡੇ ਭਾਗ ਸਮਝ, ਗਨੀਮਤ ਸਮਝ ਵੀ ਬੜੀ ਵੱਡੀ ਕਿਰਪਾ ਹੋਈ ਹੈ। ਕਿਉਂਕਿ ਉਹ ਜਿਹੜੇ ਸੰਤ ਹੈ ਨਾ, ਕਿ ਤੰਤਰਾ ਸ਼ੌਕੇ ਅਕਬਰ ਮੀ ਕੁਨਦ, ਉਹ ਤੇਰੇ ਸਰੀਰ ਦੇ ਵਿੱਚ, ਤੇਰੇ ਅੰਦਰ ਰੱਬ ਦੀ ਪ੍ਰਾਪਤੀ ਦਾ ਸ਼ੌਂਕ ਤੇ ਵਾਹਿਗੁਰੂ ਦਾ ਪ੍ਰੇਮ ਪੈਦਾ ਕਰ ਦੇਣਗੇ, ਤੈਨੂੰ ਸਿੱਧਾ ਵਾਹਿਗੁਰੂ ਨਾਲ ਜੋੜ ਦੇਣਗੇ। ਸੰਤ ਤਾਂ ਸਿੱਧਾ ਹੀ ਕਹਿੰਦੇ ਆ ਵੀ 100 ਕੰਮ ਕਰਨਾ ਕਿ ਇੱਕ ਕਰਨਾ। ਉਹ ਕਹਿੰਦੇ ਜੇ ਇੱਕ ਕਰਨਾ ਤਾਂ ਸਿੱਧਾ ਵਾਹਿਗੁਰੂ ਨਾਲ ਜੁੜ ਜਾਓ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜੈ ਪ੍ਰਾਨ ਅਕੂਰ। ਮਹਾਰਾਜ ਸਾਹਿਬ ਜੀ ਫਰਮਾਉਂਦੇ ਹੈ, ਕੋਈ ਐਸਾ ਸੰਤ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ, ਅਸੀਂ ਉਸ ਦੇ ਚਰਨ ਪਕੜਦੇ ਹਾਂ। ਚਰਨ ਗਹੋ ਬਕੋ ਸੁਭ ਰਸਨਾ, ਆਪਣੀ ਰਸਨਾ ਤੋਂ ਉਹਦਾ ਧੰਨਵਾਦ ਕਰਦੇ ਹਾਂ। ਤੇ ਦੂਜਾ ਪ੍ਰਾਨ ਅਕੂਰ, ਆਪਣੀ ਪ੍ਰਾਣਾ ਦੀ, ਸਵਾਸਾਂ ਦੀ ਭੇਟਾ ਉਹਦੇ ਚਰਨਾਂ 'ਚ ਅਰਪਣ ਕਰਦੇ ਹਾਂ। ਪਰ ਕੋਈ ਜੋੜੇ ਤਾਂ ਸਹੀ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਜੇਠ ਮਹੀਨੇ ਦੁਆਰਾ ਫਰਮਾਉਂਦੇ ਹੈ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ, ਜਿਸ ਵਾਹਿਗੁਰੂ ਦੇ ਅੱਗੇ ਸਾਰੇ ਨਿਭਦੇ ਹੈ।